ਕਿਸਾਨੀ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਪੰਜਾਬ ਐਗਰੋ ਕਈ ਉਪਰਾਲੇ ਕਰ ਰਹੀ ਹੈ। ਇਸੇ ਲੜੀ ਵਿੱਚ ਅੱਗੇ ਕਦਮ ਵਧਾਉਂਦਿਆਂ ਹੁਣ ਪੰਜਾਬ ਐਗਰੋ ਨੇ ਹਰੀ ਮਿਰਚ ਦੀ ਚਟਣੀ, ਲਾਲ ਮਿਰਚ ਦੀ ਚਟਣੀ ਦੇ ਨਾਲ ਗਾਜਰ ਦੀ ਪ੍ਰੋਸੈਸਿੰਗ ਤੋਂ ਇਲਾਵਾ ਗਾਜਰ ਦੀ ਬਿਜਾਈ, ਪਟਾਈ ਲਈ ਵੀ ਕਿਸਾਨਾਂ ਦੀ ਸਹੂਲਤ ਲਈ ਮਸ਼ੀਨਾਂ ਤਿਆਰ ਕੀਤੀਆਂ ਹਨ। ਅਬੋਹਰ ਦੇ ਸ਼੍ਰੀ ਗੰਗਾਨਗਰ ਰੋਡ ਤੇ ਪੰਜਾਬ ਐਗਰੋ ਦੇ ਪ੍ਰੋਸੈਸਿੰਗ ਪਲਾਂਟ ਵਿੱਚ ਅੱਜ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮਕਸਦ ਇਸ ਪਲਾਂਟ ਵਿੱਚ ਹੋਣ ਵਾਲੇ ਕੰਮ ਬਾਰੇ ਇਲਾਕੇ ਦੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬ ਐਗਰੋ ਦੇ ਐਮਡੀ ਮਨਜੀਤ ਸਿੰਘ ਬਰਾੜ ਸਣੇ ਪੰਜਾਬ ਦੇ ਫਾਰਮਰ ਕਮਿਸ਼ਨ ਦੇ ਰਹੇ ਚੇਅਰਮੈਨ ਅਜੇਵੀਰ ਜਾਖੜ ਤੇ ਪੰਜਾਬ ਐਗਰੋ ਦੇ ਅਧਿਕਾਰੀ ਮੌਜੂਦ ਸਨ। ਉਹਨਾਂ ਕਿਹਾ ਕਿ ਕਿੰਨੂ ਤੋਂ ਜਿੰਨ ਵੀ ਤਿਆਰ ਕਰਨ ਦਾ ਤਜਰਬਾ ਪਾਸ ਕੀਤਾ ਗਿਆ ਹੈ। ਇਸ ਲਈ ਕਿੰਨੂ ਦਾ 25,000 ਲੀਟਰ ਦਾ ਜੂਸ ਮਹਾਰਾਸ਼ਟਰ ਭੇਜਿਆ ਜਾਣਾ ਹੈ। ਇਸ ਤੋਂ ਇਲਾਵਾ ਪੰਜਾਬ ਐਗਰੋ ਪਲਾਂਟ ਦੀ ਜ਼ਮੀਨ ਤੇ ਹੀ ਐਡਵਾਂਸ ਨਰਸਰੀ ਤਿਆਰ ਹੋ ਰਹੀ ਹੈ, ਜੋ ਪੂਰੀ ਤਰ੍ਹਾਂ ਮਸ਼ੀਨੀ ਹੋਵੇਗੀ। ਅੱਜ ਅਸੀਂ ਪੰਜਾਬ ਐਗਰੋ ਵੱਲੋਂ ਇੱਥੇ ਆਏ ਹੈਗੇ ਆ ਤਾਂ ਕਿ ਕਿਸਾਨਾਂ ਨੂੰ ਜੋ ਪ੍ਰੋਸੈਸਿੰਗ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਤੇ ਜਿਹੜੀਆਂ ਅਸੀਂ ਵੈਜੀਟੇਬਲ ਦੇ ਵਿੱਚ ਡਾਇਵਰਸੀਫਿਕੇਸ਼ਨ ਲਈ ਜੋ ਅਸੀਂ ਉਪਰਾਲੇ ਕੀਤੇ ਹੈਗੇ ਆ ਉਹਨਾਂ ਬਾਰੇ ਦਿਖਾ ਸਕੀਏ। ਸਭ ਤੋਂ ਪਹਿਲਾਂ ਤਾਂ ਜਿਹੜਾ ਸੈਂਟਰ ਆਫ ਐਕਸਲੈਂਸ ਬਣ ਰਿਹਾ ਹੈ ਇੱਥੇ ਵੈਜੀਟੇਬਲ ਨਰਸਰੀ ਦਾ, ਤਾਂ ਕਿ ਕਿਸਾਨਾਂ ਨੂੰ ਉੱਚ ਕੋਟੀ ਦੀ ਪਨੀਰੀ ਮੁਹੱਈਆ ਕਰਾਈ ਜਾ ਸਕੇ। ਸੋ ਉਹ ਸਾਡਾ ਪ੍ਰੋਜੈਕਟ ਅਗਲੇ 1.5 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਊਗਾ ਔਰ ਕਿਸਾਨਾਂ ਨੂੰ ਵਧੀਆ ਪਨੀਰੀ ਦਿੱਤੀ ਜਾਊਗੀ। ਇਹ ਸੂਬੇ ਦਾ ਸਭ ਤੋਂ ਵਧੀਆ ਸੈਂਟਰ ਆਫ ਐਕਸਲੈਂਸ ਹੋਊਗਾ, ਜੋ ਕਿ ਪੰਜਾਬ ਸਰਕਾਰ ਵੱਲੋਂ ਇਹਦਾ ਪੈਸਾ ਦਿੱਤਾ ਗਿਆ ਸੀਗਾ। ਸੋ ਪੰਜਾਬ ਐਗਰੋ ਨੂੰ ਦਿੱਤਾ ਗਿਆ ਸੀ ਇਹਦੀ ਜ਼ਿੰਮੇਵਾਰੀ ਕਿ ਇਹਨੂੰ ਇੰਪਲੀਮੈਂਟ ਕੀਤੇ ਜਾਵੇ। ਔਰ ਉਸ ਦੇ ਨਾਲ ਉਸ ਤੋਂ ਪਹਿਲਾਂ ਜਿਹੜੇ ਸਾਨੂੰ ਪੰਜਾਬ ਸਰਕਾਰ ਨੇ ਪੈਸੇ ਦਿੱਤੇ ਸੀਗੇ ਫॉर ਡਾਇਵਰਸੀਫਿਕੇਸ਼ਨ, ਉਹਦੇ ਨਾਲ ਅਸੀਂ ਕੈਰਟ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਤਾਂ ਕਿ ਇੰਟੈਗਰੇਟਿਡ ਡਿਵੈਲਪਮੈਂਟ ਹੋ ਸਕੇ। ਜਿਹੜੀ ਗਾਜਰ ਦੀ ਸਾਰੀ ਮਸ਼ੀਨਰੀ ਸਾਡੇ ਕੋਲੇ ਆ ਗਈ ਹੈਗੀ ਹੈ, ਲਗਾਉਣ ਤੋਂ ਲੈ ਕੇ ਪਟਾਈ ਤੱਕ ਤੇ ਪਟਾਈ ਤੋਂ ਬਾਅਦ ਧੁਆਈ ਤੱਕ। ਨਾਰਮਲੀ ਇੱਥੋਂ ਦਾ ਕਿਸਾਨ ਜਿਹੜਾ ਸੀ ਸਾਧੂ ਪੁਲ ਤੇ ਜਾਂਦਾ ਸੀਗਾ, ਨਹਿਰ ਦੇ ਵਿੱਚ ਧੋਂਦਾ ਸੀਗਾ, ਅਨਹਾਈਜੀਨਿਕ ਤਰੀਕੇ ਨਾਲ ਉਹ ਗਾਜਰ ਧੋਤੀ ਜਾਂਦੀ ਸੀਗੀ, ਜਿਹਦੇ ਨਾਲ ਕਿ ਗਾਜਰ ਦੀ ਜੇ ਚੰਗੀ ਤਰ੍ਹਾਂ ਪ੍ਰੋਪਰ ਬਰਸ਼ਿੰਗ ਨਾ ਹੋਵੇ ਤਾਂ ਉਹਦੀ ਲਾਈਫ ਵੀ ਘਟਦੀ ਸੀਗੀ। ਸੋ ਜਿਵੇਂ ਮੈਂ ਦੱਸਿਆ ਸੀਗਾ ਕਿ ਜਿਹੜੀ ਅਸੀਂ ਨੋਮੈਟਿਕ ਡਰਿਲ ਲਗਾਈ ਹੈਗੀ ਹੈ ਉਹਦੇ ਨਾਲ ਤਕਰੀਬਨ 70 ਤੋਂ 80% ਬੀਜ ਘੱਟ ਲੱਗਦਾ ਔਰ ਜਦੋਂ ਤੁਸੀਂ ਨੋਮੈਟਿਕ ਡਰਿਲ ਨਾਲ ਲਗਾਈ ਹੋਵੇ ਤਾਂ ਉਹਦੀ ਪਟਾਈ ਸੁਖਾਲੀ ਹੋ ਜਾਂਦੀ ਹੈ। ਇੱਕ ਮਸ਼ੀਨ ਨਾਲ ਤੁਸੀਂ ਪੱਟ ਸਕਦੇ ਹੋ, ਜਿਹੜੀ ਤੁਸੀਂ ਮੈਨੂਅਲ ਲਗਾਈ ਹੋਵੇ ਤਾਂ ਮੈਨੂਅਲ ਤਾਂ ਨਹੀਂ ਪੱਟ ਸਕਦੇ। ਸੋ ਉਹਦੇ ਨਾਲ ਕਿਸਾਨ ਦੀ ਲੇਬਰ ਬਚਦੀ ਹੈਗੀ ਹੈ ਔਰ ਜਿਹੜੀ ਮਸ਼ੀਨ ਦੇ ਨਾਲ ਲੱਗੀ ਹੁੰਦੀ ਹੈ ਉਹਦੀ ਜਿਹੜੀ ਜੜ ਹੈਗੀ ਬਹੁਤ ਡੂੰਘੀ ਜਾਂਦੀ ਹੈਗੀ ਹੈ ਔਰ ਤਕਰੀਬਨ ਕਿਸਾਨਾਂ ਦੇ ਦੱਸਣ ਮੁਤਾਬਕ 30% ਯੀਲਡ ਵੱਧ ਹੈ। ਸੋ ਜੇ 30% ਯੀਲਡ ਵੱਧ ਹੈ ਔਰ ਉਸ ਤੋਂ ਬਾਅਦ ਜੇ ਉਸ ਗਾਜਰ ਨੂੰ ਸਹੀ ਤਰੀਕੇ ਨਾਲ ਸਾਇੰਟੀਫਿਕ ਤਰੀਕੇ ਨਾਲ ਧੋਤਾ ਜਾਵੇ, ਉਹਦੀ ਚੰਗੀ ਤਰ੍ਹਾਂ ਬਰਸ਼ਿੰਗ ਕੀਤੀ ਜਾਵੇ, ਚੰਗੀ ਤਰ੍ਹਾਂ ਉਹਦੀ ਗ੍ਰੇਡਿੰਗ ਹੋਵੇ ਤਾਂ ਕਿਸਾਨ ਨੂੰ ਤਕਰੀਬਨ 25 ਤੋਂ 30% ਉਹਦੀ ਵੈਲਿਊ ਵੱਧ ਮਿਲ ਜਾਂਦੀ, ਬਿਕੋਜ਼ ਜਿਹੜੀ ਗਾਜਰ ਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ। ਕਿਉਂਕਿ ਜੇ ਬਰਸ਼ਿੰਗ ਚੰਗੀ ਤਰ੍ਹਾਂ ਕੀਤੀ ਜਾਵੇ ਤਾਂ ਉਹਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ। ਕਿਉਂਕਿ ਜੇ ਗਾਜਰ ਦੀ ਟਿਪ ਟੁੱਟ ਜੇ ਤਾਂ ਉਹਨੂੰ ਬਿਮਾਰੀ ਫੈਲਣ ਦਾ ਖਤਰਾ ਹੁੰਦਾ। ਸੋ ਮਸ਼ੀਨ ਦੇ ਨਾਲ ਉਹ ਜਿਹੜੀ ਗਾਜਰ ਹੈ ਉਹ ਸੇਫ ਰਹਿੰਦੀ ਹੈ। ਸੋ ਇਹ ਇੱਕ ਪ੍ਰੋਜੈਕਟ ਹੈਗਾ। ਇਸ ਤੋਂ ਬਾਅਦ ਜਿਵੇਂ ਡਾਇਵਰਸੀਫਿਕੇਸ਼ਨ ਦੀ ਗੱਲ ਚੱਲੂਗੀ ਤਾਂ ਜਿਵੇਂ ਆਪਣਾ ਗਾਰਲਿਕ, ਅਨੀਅਨਸ ਤੇ ਉਹਨਾਂ ਦਾ ਵੀ ਅਸੀਂ ਐਂਡ ਟੂ ਐਂਡ ਮੈਕਨਾਈਜੇਸ਼ਨ ਦਾ ਅਸੀਂ ਇੱਥੇ ਫੈਸਿਲਿਟੇਟ ਕਰਾਂਗੇ। ਇਹ ਕਿਸਾਨ ਜਿਹੜੇ ਹੈਗੇ ਸਾਰੇ ਇਹ ਮਸ਼ੀਨਾਂ ਬੜੇ ਆਸਾਨੀ ਤਰੀਕੇ ਨਾਲ ਲਿਜਾ ਸਕਦੇ ਹੈਗੇ। ਕਿੰਨੂ ਦੀ ਕੇਅਰ ਦੇ ਬਾਰੇ ਕਹਿ ਰਹੇ ਸੀਗੇ। ਕਿੰਨੂ ਦੇ ਕੇਅਰ ਦੇ ਬਾਰੇ ਜਿਹੜਾ ਸੀ ਉਹ ਕਿੰਨੂ ਦੀ ਜਿਹੜੀ ਛਿਲਕਾ ਹੁੰਦਾ ਹੈ, ਛਿਲਕੇ ਤੋਂ ਲਿਮੋਫਿਨ ਐਕਸਟਰੈਕਟ ਹੁੰਦੀ ਹੈ, ਉਹਦੇ ਤੇ ਪੰਜਾਬ ਐਗਰੋ ਨੇ ਰਿਸਰਚ ਕਰਵਾਈ ਸੀ ਪੰਜਾਬੀ ਯੂਨੀਵਰਸਿਟੀ ਦੇ ਨਾਲ। ਉਹ ਰਿਸਰਚ ਤੋਂ ਬਾਅਦ ਜਿਹੜਾ ਨਿਚੋੜ ਨਿਕਲਿਆ ਉਹ ਅਸੀਂ ਟੈਕਨੋਲੋਜੀ ਕੰਪਨੀ ਦੇ ਵਿੱਚ ਹੀ ਉਹ ਕੰਪਨੀ ਇੱਥੇ ਪਲਾਂਟ ਲਗਾ ਰਹੀ ਹੈਗੀ ਹੈ। ਉਹਨਾਂ ਨੇ ਕੰਮ ਸ਼ੁਰੂ ਕਰਤਾ ਹੈਗਾ। ਸੋ ਜਿੰਨਾ ਵੀ ਟਾਈਮ ਲੱਗੂਗਾ ਉਹਨੂੰ ਕਰਕੇ ਤਾਂ ਉਹਦੇ 'ਚ ਜਿਹੜੀ ਉਹ ਰਿਸਰਚ ਹੈਗੀ ਹੈ ਉਹ ਲਿਮੋਫਿਨ ਦੇ ਨਾਲ ਚਿਕਨ ਦੇ ਉੱਤੇ ਉਹਦੀ ਰਿਸਰਚ ਹੋਈ ਹੈਗੀ ਹੈ। ਉਹ ਚਿਕਨ ਦੀ ਜਿਹੜੀ ਲਿਵਰ ਦੀ ਪ੍ਰੋਬਲਮ ਹੈਗੀ ਹੈ ਉਹਦੇ ਜਿਹੜੀ ਲਿਮੋਫਿਨ ਹੈ ਉਹ 'ਤੇ ਅਸਰ ਕਰਦੀ ਹੈ। ਉਹ ਜਿਹੜੀ ਅਸੀਂ ਪੇਟੈਂਟ ਕੀਤੀ ਹੈਗੀ ਇਹ ਜਿਹੜੀ ਟੈਕਨੋਲੋਜੀ ਹੈਗੀ ਹੈ ਔਰ ਉਹਨਾਂ ਨੂੰ ਉਹ ਜਿਹੜਾ ਜਦੋਂ ਵੇਚਣਗੇ ਤਾਂ ਕਿੰਨੂ ਦੀ ਕੇਅਰ ਦੀ ਲਾਗਤ ਵਧੂਗੀ। ਦੂਸਰਾ ਜਿਹੜਾ ਕਿੰਨੂ ਦੀ ਕੇਅਰ ਦੀ ਅਸੀਂ ਰਿਸਰਚ ਕੀਤੀ ਹੈਗੀ ਹੈ ਤਾਂ ਕਿੰਨੂ ਤੋਂ ਅਸੀਂ ਜਿੰਨ ਦਾ ਉਪਰਾਲਾ ਕੀਤਾ ਹੈਗਾ। ਉਹ ਐਤਕੀ ਅਸੀਂ ਕਮਰਸ਼ੀਅਲ ਉਹਦਾ ਟਰਾਇਲ ਕਰਾਂਗੇ। ਸੋ ਤਕਰੀਬਨ 25,000 ਲੀਟਰ ਅਸੀਂ ਕਿੰਨੂ ਦਾ ਜੂਸ ਕੱਢ ਕੇ ਤੇ ਉਹ ਅਸੀਂ ਭੇਜਾਂਗੇ ਉੱਥੇ ਫਰਮੈਂਟਡ ਲੈਬ ਦੇ ਵਿੱਚ ਤੇ ਉਹਦੀ ਕਿੰਨੂ ਜੀ ਜਿੰਨ ਬਣ ਗਈ ਤਾਂ ਬਣ ਤਾਂ ਗਈ ਹੈਗੀ ਹੈ। ਆਪਣਾ ਟੇਬਲ ਟਰਾਇਲ ਚੱਲ ਗਏ ਆ, ਲੈਬੋਰਟਰੀ ਟਰਾਇਲ ਹੋ ਗਏ ਆ। ਉਹਦੀ ਕਮਰਸ਼ੀਅਲ ਐਕਸੈਪਟੇਬਿਲਿਟੀ ਦੇਖਣ ਦੀ ਲੋੜ ਹੈਗੀ ਹੈ, ਮਾਰਕੀਟ 'ਚ ਕਿੰਨਾ ਚੱਲਦਾ, ਕਿਉਂਕਿ ਤੁਹਾਨੂੰ ਜੇ ਕਮਰਸ਼ੀਅਲ ਕਰਨਾ ਤਾਂ ਤੁਹਾਨੂੰ ਬੜੇ ਛੋਟੇ ਸਕੇਲ 'ਤੇ ਕਰਨਾ ਪੈਂਦਾ। ਸੋ 25,000 ਲੀਟਰ ਦੇ ਨਾਲ ਅਸੀਂ ਕਿੰਨੂ ਜਿੰਨ ਅਸੀਂ ਮਾਰਕੀਟ ਕਰਾਂਗੇ। ਸੋ ਕਿਉਂਕਿ ਜੇ ਫਰਮੈਂਟੇਸ਼ਨ ਮਹਾਰਾਸ਼ਟਰ 'ਚ ਹੋਊਗੀ ਤਾਂ ਉੱਥੇ ਹੀ ਅਸੀਂ ਵੇਚਣ ਦਾ ਉਪਰਾਲਾ ਕਰਾਂਗੇ।
ਸੋ ਜੇ ਉਹਦੇ 'ਚ ਸਾਨੂੰ ਵੈਲਿਊ ਸਾਨੂੰ ਉਮੀਦ ਹੈ ਕਿ ਸਾਨੂੰ ਉਹਦਾ ਚੰਗਾ ਆਈ ਮੀਨ ਉਹਦਾ ਚੰਗਾ ਪ੍ਰੋਡਕਟ ਬਣੂਗਾ। ਸੋ ਤਾਂ ਕਿ ਉਸ ਤੋਂ ਬਾਅਦ ਜੇ ਸਾਡਾ ਪ੍ਰੋਡਕਟ ਐਕਸੈਪਟ ਹੋ ਗਿਆ ਕੰਜ਼ਿਊਮਰ ਕੋਲੇ ਤਾਂ ਉਹਦਾ ਅਸੀਂ ਕਿਵੇਂ ਪਲਾਂਟ ਲਗਾਉਣਾ ਉਹਦੇ ਬਾਰੇ ਵੀ ਅਸੀਂ ਵਿਚਾਰ ਕਰਾਂਗੇ। ਟੇਸਟ ਕਿਵੇਂ ਆਇਆ ਜਿੰਦਾ? ਟੇਸਟ ਦੇਖੋ ਟੇਸਟ ਜਿਹੜਾ ਹੁੰਦਾ ਹੈ ਉਹ ਅਲਟੀਮੇਟਲੀ ਕੰਜ਼ਿਊਮਰ ਨੇ ਦੱਸਣਾ ਹੁੰਦਾ ਹੈ। ਉਹ ਇਟ ਇਜ਼ ਅ ਸਬਜੈਕਟਿਵ ਥਿੰਗ। ਤੁਹਾਨੂੰ ਟੇਸਟ ਚੰਗਾ ਲੱਗਦਾ, ਮੈਨੂੰ ਟੇਸਟ ਲੱਗਦਾ, ਦੈਟ ਇਜ਼ ਅ ਡਿਫਰੈਂਟ ਥਿੰਗ। ਸੋ ਕੰਜ਼ਿਊਮਰ ਨੂੰ ਜੋ ਸਾਡੀ ਕੰਜ਼ਿਊਮਰ ਰਿਸਰਚ ਹੋਈ ਹੈ ਉਹਦੇ ਮੁਤਾਬਕ ਸਾਨੂੰ ਪੋਜ਼ਿਟਿਵ ਰਿਸਪੌਂਸ ਮਿਲੇ। ਸਰ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਕਿਸਾਨ ਦੇਖੋ ਇਸ ਏਰੀਏ ਦੇ ਵਿੱਚ ਅਬੋਹਰ ਦਾ ਕਿਸਾਨ ਹਮੇਸ਼ਾ ਤੋਂ ਹੀ ਅੱਗੇ ਇਹਨਾਂ ਡਿਵਰਸਿਫਾਈ ਕੀਤਾ ਹੈ, ਰਿਸਕ ਲੈਣ ਦੀ ਖਮਤਾ ਰੱਖਦਾ ਹੈ। ਔਰ ਜੇ ਦੇਖਿਆ ਜਾਵੇ ਪੰਜਾਬ 'ਚ ਵੀ ਸਭ ਤੋਂ ਪਹਿਲਾਂ ਬਾਗਬਾਨੀ ਇੱਥੇ ਸ਼ੁਰੂ ਹੋਈ ਹੈ। ਸੋ ਦੈਟ ਮੀਨ ਸਭ ਤੋਂ ਪਹਿਲਾਂ ਡਿਵਰਸਿਫਿਕੇਸ਼ਨ ਇੱਥੋਂ ਸ਼ੁਰੂ ਹੋਈ ਹੈਗੀ। ਸੋ ਹੁਣ ਬਾਗਬਾਨੀ ਤੋਂ ਜਿਹੜਾ ਨੈਕਸਟ ਸਟੈਪ ਹੈਗਾ ਉਹ ਵੈਜੀਟੇਬਲਸ ਵਾਲੇ ਪਾਸੇ ਵੱਧ ਵੀ ਜਾਣਾ ਚਾਹੀਦਾ ਹੈ। ਔਰ ਕਿੰਨੂ ਦਾ ਆਪਾਂ ਹੁਣ ਬੇਸਿਕਲੀ ਸੈਚੂਰੇਸ਼ਨ ਪੁਆਇੰਟ ਤੇ ਪਹੁੰਚੇ ਹੋਏ ਹੈਗੇ ਹਾਂ। ਸੋ ਵੀ ਨੀਡ ਟੂ ਥਿੰਕ ਬਿਯੋਂਡ ਕਿੰਨੂ। ਸੋ ਉਹਦੇ ਵਾਸਤੇ ਅਸੀਂ ਕਹਿੰਦੇ ਕਿਸਾਨ ਸਾਡਾ ਸਿਸਟਮ ਦੇਖੇ, ਸਾਡੀ ਫੈਸਿਲਿਟੀਜ਼ ਦੇਖੇ, ਕਿਸਾਨਾਂ ਦਾ ਹੀ ਇਹ ਪਲਾਂਟ ਹੈਗਾ। ਸੋ ਇਹ ਐਂਡ ਟੂ ਐਂਡ ਸੋ ਜਿੱਥੋਂ ਬਿਜਾਈ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਅਸੀਂ ਸਾਰਾ ਕੰਮ ਇੱਥੇ ਕਰਦੇ ਹਾਂ। मैं समझता हूँ कि अबोहर इलाके में माल्टे की और कीनों की खेती 60-70 साल पहले शुरू करी गई और वो अपने हिसाब से एक बहुत महत्वपूर्ण कदम था। वो बुज़ुर्गों ने के समय चालू हुई। अब मैं समझता हूँ कि यहाँ पे अगले 50 सालों के भविष्य की नींव रखी जा रही है, नींव रखी गई है और ये एग्रीकल्चर को सर्विस सेक्टर की इंडस्ट्री बनाने की कोशिश है कि किसान पसीने से खेती करे और किसान की जो बिजाई की मशीन है वो उसको यहाँ मिले, किसान के जो उसने हार्वेस्ट करना है उसकी मशीन यहाँ से मिले, जो उसको बीज चाहिए, जो पौध चाहिए सब्जी के लिए वो भी यहाँ पैदावार करके उसको देंगे। उसके सब्जी की यहाँ ग्रेडिंग भी होएगी और उसके सब्जी की यहाँ मार्केटिंग भी होएगी, क्योंकि किसान की सबसे बड़ी समस्या है मार्केटिंग की है। पैदा तो कर लेता है किसान, तो बाकी जो फैसिलिटी है वो फार्मर को मिलनी चाहिए। उसकी इन्वेस्टमेंट नहीं होनी चाहिए मशीनरी में, उसको ट्रैक्टर ख़रीदने की ज़रूरत नहीं होनी चाहिए, उसको बिजाई की मशीन महंगी आती हैं, वो पंजाब एग्रो सबको वो फैसिलिटी देगा। और मैं समझता हूँ कि ये ना ही केवल अबोहर का भविष्य है, मैं समझता हूँ ये पंजाब की और देश की खेती का सबसे एडवांस्ड मॉडल होएगा जो पूरे देश को अपनाना पड़ेगा इन फ्यूचर में। और जो ये नर्सरी का जो यहाँ ये सेंटर फॉर एक्सेलेंस फॉर वेजिटेबल बन रहा है, ये जो सेंटर बन रहा है ये पूरे इंडिया का सबसे एडवांस्ड कोऑर्डिनेटेड सेटअप है, जहाँ पे बिना आदमी के हाथ लगे हुए सब्जी की पौध बनेगी। पंजाब एग्रो की मशीन उस पौध को अगर किसान चाहेगा तो उसके खेत में बिजाई करके आएगी, अगर वो चाहेगा तो यहाँ से मशीन भी उसकी हार्वेस्ट करके प्रोड्यूस यहाँ लाएगी, उसकी ग्रेडिंग करेगी और उसके लिए यहाँ बायर भी मिलेंगे और मार्केट करेगी। जिस हिसाब से ऑलरेडी काम चालू हो गया है गाजर की मशीन का, अब बिजाई पंजाब एग्रो की मशीन से हुई है, पंजाब एग्रो की मशीन उनको हार्वेस्ट कर रही है और वो ही उसको ग्रेड करके यहाँ किसान को बेच के बिकवा रहे हैं उसका माल।